ਕੱਟੜ ਬਹੁਤ ਹੈ ਮੁਸਲਿਮ ਭਾਈਚਾਰਾ, ਵੀ ਕਿਸੇ ਚੀਜ਼ ਨੂੰ ਲੈ ਕੇ ਹੋਵੇ, ਚਾਹੇ ਜਿਵੇਂ ਵਾਰ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ, ਵੀ ਕੱਟੜਪਨ ਬਹੁਤ ਹੈ। ਦੇਖੋ ਅਸਲ ਦੇ ਵਿੱਚ ਆਪਾਂ ਵਫਾਦਾਰੀ ਨੂੰ ਕੱਟੜਪਨ ਦਾ ਨਾਮ ਦੇ ਦਿੱਤਾ। ਹੁਣ ਇੱਕ ਬੰਦਾ ਕੋਈ ਅਗਰ ਅੱਛਾ ਗੁਰਸਿੱਖ ਹੈ, ਅਸੀਂ ਕਹਿ ਦਿੰਦੇ ਕੱਟੜ ਹੈ। ਕੋਈ ਅੱਛਾ ਹਿੰਦੂ ਹੈ, ਅਸੀਂ ਕਹਿ ਦਿੰਦੇ ਜੀ ਕੱਟੜ ਹੈ। ਕੋਈ ਅੱਛਾ ਮੁਸਲਮਾਨ ਹੈ। ਇਹ ਜਿਹੜਾ ਸੋਸ਼ਲ ਮੀਡੀਆ ਹੈ ਇਹ ਲੋਕਾਂ ਨੂੰ ਭ੍ਰਮਿਤ ਕਰਦਾ ਹੈ। ਕੱਟੜ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦੇ। ਕੋਈ ਬੰਦਾ 5 ਵੇਲੇ ਦਾ ਨਮਾਜ਼ੀ ਹੈ, ਸੱਚ ਬੋਲਦਾ ਹੈ, ਧੀਆਂ ਭੈਣਾਂ ਦੀ ਇੱਜ਼ਤ ਕਰਦਾ ਹੈ, ਹਲਾਲ ਕਮਾਉਂਦਾ ਹੈ, ਹਲਾਲ ਹੀ ਖਾਂਦਾ ਅਤੇ ਹਲਾਲ ਹੀ ਆਪਣੇ ਬੱਚਿਆਂ ਨੂੰ ਖਿਲਾ ਰਿਹਾ। ਤਾਂ ਅਗਰ ਇਹ ਦੁਨੀਆ ਦੀ ਨਿਗਾਹ 'ਚ ਕੱਟੜਪੰਥੀ ਹੈ ਤਾਂ ਫਿਰ ਇੱਦਾਂ ਦੇ ਕੱਟੜਪੰਥੀ ਤਾਂ ਹਰ ਘਰ ਦੇ ਵਿੱਚ ਹੋਣੇ ਚਾਹੀਦੇ ਆ। ਉਹ ਤਾਂ ਨਹੀਂ ਲੋਕ ਅੱਛੇ ਕਿ ਜਿਹੜੇ ਹਰਾਮ ਵੀ ਕੰਮ ਕਰਨ, ਦੂਸਰਿਆਂ ਦੀ ਧੀਆਂ ਭੈਣਾਂ ਦਾ ਸਤਿਕਾਰ ਨਾ ਕਰਨ ਔਰ ਆਪਣੇ ਆਪ ਨੂੰ ਸੋਸ਼ਲ ਲਾਈਫ ਦੇ ਵਿੱਚ ਅੱਛਾ ਦੱਸਣ ਦੀ ਕੋਸ਼ਿਸ਼ ਕਰਨ। ਇਸ ਲਈ ਜਿਹੜਾ ਸੋਸ਼ਲ ਮੀਡੀਆ ਹੈ ਉਹ ਕਿਤੇ ਨਾ ਕਿਤੇ ਇੱਕ ਸਿਰਫ ਇਸਲਾਮ ਨੂੰ ਹੀ ਨਹੀਂ, ਉਹ ਤੁਸੀਂ ਜਿਸ ਵੀ ਧਰਮ ਦੇ ਉੱਤੇ ਅਗਰ ਸੋਸ਼ਲ ਮੀਡੀਆ ਨੂੰ ਚੈੱਕ ਕਰਨ ਲਈ ਜਾਓਗੇ ਤਾਂ ਉਹ ਕ੍ਰਿਟੀਸਾਈਜ਼ ਜ਼ਿਆਦਾ ਕਰਦਾ ਹੈ, ਉਹਨੂੰ ਕਿਸੇ ਵੀ ਧਰਮ ਨੂੰ ਭੰਡਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਉਹ ਸਿਰਫ ਇਸ ਲਈ ਨਹੀਂ ਕਿ ਉਹਦੇ 'ਚ ਬੁਰੇ ਲੋਕ ਮੌਜੂਦ ਨੇ, ਉਹ ਇਸ ਲਈ ਕਿਉਂਕਿ ਉਹਨਾਂ ਦਾ ਰੋਜ਼ਗਾਰ ਨਹੀਂ ਇਹਦੇ ਇਲਾਵਾ ਚੱਲ ਰਿਹਾ। ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਸੰਬੰਧ ਰੋਜ਼ਗਾਰ ਨਾਲ ਜੁੜ ਗਿਆ। ਹੁਣ ਜਦੋਂ ਰੋਜ਼ਗਾਰ ਨਾਲ ਜੁੜ ਗਿਆ, ਡਾਟਾ ਕੰਪਨੀਆਂ ਨੇ ਵੇਚਣਾ ਹੈ ਵੱਡੀ ਸਤ੍ਹਾ 'ਤੇ ਔਰ ਲੋਕਾਂ ਦਾ ਗੁਜ਼ਾਰਾ ਹੀ ਹੁਣ ਇਹਦੇ ਨਾਲ ਹੋਣ ਲੱਗ ਪਿਆ। ਅਤੇ ਜ਼ਾਹਿਰ ਜੀ ਗੱਲ ਹੈ ਕਿ ਅਗਰ ਉਹ ਸਿਰਫ ਚੰਗੀਆਂ ਅਤੇ ਸੱਚੀਆਂ ਗੱਲਾਂ ਕਰਨਗੇ ਉਹ ਲੋਕ ਨਹੀਂ ਸੁਣਨਗੇ। ਹਰ ਸੁਰਖੀ ਨੂੰ ਗਲਤ ਬਣਾਉਣਾ ਪੈਂਦਾ, ਹਰ ਖਬਰ ਦੇ ਉੱਤੇ ਕੁਛ ਨਾ ਕੁਛ ਮਿਰਚ ਮਸਾਲਾ ਪਾਉਣਾ ਪੈਂਦਾ ਤਾਂ ਕਿਤੇ ਜਾ ਕੇ ਉਹ ਵਿਕਦੀ ਹੈ ਜੀ। ਜਿਵੇਂ ਕਿ ਤੁਹਾਡੇ ਕਹਿਣ ਦਾ ਮਤਲਬ ਸੋਸ਼ਲ ਮੀਡੀਆ ਕਰਕੇ ਜ਼ਿਆਦਾ ਇਹ ਜੀ ਚੱਲ ਰਿਹਾ ਵਾ। ਅੱਛਾ, ਇਸ ਤੋਂ ਇਲਾਵਾ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਕਿ ਇਸਲਾਮ ਦੇ ਵਿੱਚ ਇਹ ਲਿਖਿਆ ਗਿਆ ਪਰਲੋ ਦੇ ਬਾਰੇ, ਜਿਵੇਂ ਬਾਕੀ ਧਰਮਾਂ ਦੇ ਵਿੱਚ ਲਿਖਿਆ ਜਾਂਦਾ ਹੈ, ਗ੍ਰੰਥਾਂ ਵਿੱਚ ਲਿਖਿਆ ਜਾਂਦਾ ਕਿ ਪਰਲੋ ਆਊਗੀ ਇੱਕ ਟਾਈਮ 'ਤੇ। ਬਿਲਕੁਲ, ਕਿ ਇਹ ਇਸ ਦੇ ਬਾਰੇ ਵੀ ਲਿਖਿਆ ਗਿਆ? ਬਿਲਕੁਲ। ਕੁਰਾਨ ਪਾਕ ਦੁਨੀਆ ਦੀ ਸਭ ਤੋਂ ਮੁਤਬਰਕ ਕਿਤਾਬ ਜਿਹੜੀ ਅੱਲਾਹ ਤਾਲਾ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਨਾਜ਼ਿਲ ਕੀਤੀ। ਮੈਂ ਇਹ ਵੀ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨਬੀ ਨੇ ਸਾਡੇ, ਉਹ ਤਾਲੀਮ ਹਾਸਿਲ ਕਰਨ ਲਈ ਕਿਸੇ ਉਸਤਾਦ ਦੇ ਕੋਲ ਨਹੀਂ ਗਏ। ਉਹਨਾਂ ਦਾ ਕੋਈ ਉਸਤਾਦ ਨਹੀਂ ਔਰ ਖੁਦਾ ਤਾਲਾ ਨੇ ਆਪਣੇ ਫਰਿਸ਼ਤੇ ਦੇ ਜ਼ਰੀਏ ਕੁਰਾਨ ਸ਼ਰੀਫ ਦੀ ਕਿਤਾਬ ਜਿਹੜੀ ਹੈ ਉਹਨਾਂ ਨੂੰ ਅਦਾ ਕੀਤੀ ਹੈ। ਔਰ ਉਹਨਾਂ ਦਾ ਇਲਮ ਐਡਾ ਵਸੀਹ ਹੈ ਕਿ ਅੱਜ ਦੁਨੀਆ ਦੀ ਹਰ ਜ਼ੁਬਾਨ 'ਚ ਮੇਰਾ ਖਿਆਲ ਕਈ ਕਰੋੜ ਕਿਤਾਬਾਂ ਕੁਰਾਨ ਸ਼ਰੀਫ ਦੀ ਡੈਫੀਨੇਸ਼ਨ ਦੇ ਉੱਤੇ ਆ ਚੁੱਕੀਆਂ ਹੁਣ ਤੱਕ ਔਰ ਹਜ਼ਰਤ ਮੁਹੰਮਦ ਸਾਹਿਬ ਦੇ ਫਰਮਾਨਾਂ ਦੇ ਉੱਤੇ ਆ ਚੁੱਕੀਆਂ। ਅਤੇ ਇਸਲਾਮ ਦੇ ਵਿੱਚ ਇਹ ਵੀ ਹੈ, ਅੱਲਾਹ ਤਾਲਾ ਨੇ ਸਾਫ਼ ਤੌਰ 'ਤੇ ਦੱਸਿਆ ਕੁਰਾਨ ਸ਼ਰੀਫ ਦੇ ਵਿੱਚ ਵੀ ਇੱਕ ਸਮਾਂ ਆਏਗਾ ਜਦ ਦੁਨੀਆ ਜ਼ਿਆਦਾ ਗੁਨਾਹਗਾਰ ਹੋ ਜਾਏਗੀ ਔਰ ਨੇਕ ਲੋਕਾਂ ਦੀ ਗਿਣਤੀ 0 ਹੋ ਜਾਏਗੀ, 0 ਹੋ ਜਾਏਗੀ, ਅਤੇ ਫਿਰ ਇਸ ਦੁਨੀਆ ਦੇ ਖਾਤਮੇ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਜਾਏਗਾ। ਅਤੇ ਉਹ ਸਮਾਂ ਆਉਣਾ ਹੈ ਕਿਆਮਤ ਦਾ ਦਿਨ, ਜਿਹਨੂੰ ਅਸੀਂ ਡੇ ਆਫ ਜਜਮੈਂਟ ਕਹਿੰਦੇ ਹਾਂ, ਉਹ ਇੱਕ ਦਿਨ ਆਏਗਾ। ਔਰ ਉਸ ਦਿਨ ਤੁਸੀਂ ਇਹ ਦੇਖੋ ਕਿ ਕੋਈ ਚੀਜ਼ ਦੁਨੀਆ 'ਚ ਤੁਸੀਂ ਜਿਹਨੂੰ ਕਹਿ ਸਕਦੇ ਹੋ ਕਿ ਇਹ ਹਮੇਸ਼ਾ ਦੇ ਲਈ ਹੈ, ਨਹੀਂ। ਅਗਰ ਤੁਸੀਂ ਅੱਛੇ ਤੋਂ ਅੱਛੀ ਬਿਲਡਿੰਗ ਵੀ ਬਣਾਓ तो इंजीनियर कहेंगे 100 साल चलेगी, 200 साल, 500 साल, 1000 साल, आखिर एक दिन ख़त्म होना। तो अगर दुनिया की कोई चीज़ बाकी रहने वाली नहीं है तो फिर इस गल पर यकीन रखना चाहिए कि एक दिन इस पूरे संसार में भी खत्म होना है जी। ਜੇ ਆਪਾਂ ਮੁਸਲਿਮ ਭਾਈਚਾਰੇ ਦੇ ਪਵਿੱਤਰ ਸਥਾਨ ਦੀ ਗੱਲ ਕਰੀਏ ਤਾਂ ਮੱਕਾ ਮਦੀਨਾ ਮੁਸਲਿਮ ਭਾਈਚਾਰਾ ਜਾਂਦਾ ਹੈ, ਤਾਂ ਸਵਾਲ ਖੜੇ ਹੋ ਜਾਂਦੇ ਹਨ ਕਿ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਚਾਰੇ ਦੀਵਾਰ ਖੁੱਲ੍ਹੇ ਹੁੰਦੇ ਨੇ, ਦਰਬਾਰ ਸਾਹਿਬ ਦੇ ਵੀ ਕੋਈ ਵੀ ਆ ਸਕਦਾ ਹੈ, ਤਾਂ ਮੱਕਾ ਮਦੀਨਾ ਦੇ ਵਿੱਚ ਇਕੱਲੇ ਮੁਸਲਿਮ ਭਾਈਚਾਰੇ ਨੂੰ ਐਂਟਰੀ ਦਿੱਤੀ ਜਾਂਦੀ ਹੈ, ਵੀ ਉੱਥੇ ਸਵਾਲ ਖੜੇ ਕੀਤੇ ਜਾਂਦੇ ਕਈ ਵਾਰੀ। ਇੱਦਾਂ ਹੈ ਕਿ ਦੁਨੀਆ ਦੀ ਸਾਰੀ ਮਸਜਿਦਾਂ 'ਚ ਤੁਸੀਂ ਜਾ ਸਕਦੇ ਹੋ, ਚਾਹੇ ਤੁਸੀਂ ਮੁਸਲਮਾਨ ਹੋ, ਹਿੰਦੂ ਹੋ, ਸਿੱਖ ਹੋ। ਜਿਹੜੀ ਮੱਕੇ ਦੀ ਬੜੀ ਮਸਜਿਦ ਹੈ ਜਿਹਨੂੰ ਅਸੀਂ ਕਾਬਾ ਕਹਿੰਦੇ ਹਾਂ ਜੀ, ਔਰ ਮਦੀਨਾ ਸ਼ਰੀਫ ਦੀ ਜਿਹੜੀ ਮਸਜਿਦ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦਾ ਰੋਜ਼ਾ ਸ਼ਰੀਫ ਹੈ, ਉਹ ਸਾਡੀਆਂ ਮਸਜਿਦਾਂ ਨਹੀਂ ਨੇ। ਉਹਨੂੰ ਦੇਸੀ ਜ਼ੁਬਾਨ 'ਚ ਸਮਝ ਲਓ ਸਾਡਾ ਕੰਟੋਨਮੈਂਟ ਏਰੀਆ ਹੈ। ਕੰਟੋਨਮੈਂਟ ਜਿਹੜਾ ਹੁੰਦਾ ਹੈ ਉਹਦੇ 'ਚ ਹੁਣ ਜਿੱਦਾਂ ਆਪਣੇ ਇੱਥੇ ਕੰਟੋਨਮੈਂਟ ਏਰੀਏ ਹੈ ਕਿ ਸਾਰੇ ਭਾਰਤ ਦੇ ਲੋਕ ਉਹਦੇ 'ਚ ਜਾ ਸਕਦੇ? ਨਹੀਂ ਜਾ ਸਕਦੇ। ਉਹਦੇ ਅੰਦਰ ਉਹੀ ਜਾਏਗਾ ਜਿਹੜਾ ਉਹਨਾਂ ਦੇ ਕਾਨੂੰਨ ਨੂੰ ਮੰਨੇਗਾ, ਉਹਨਾਂ ਦੀ ਯੂਨੀਫਾਰਮ ਪਾਏਗਾ, ਉਹਨਾਂ ਦੇ ਲਾਅ ਐਂਡ ਆਰਡਰ ਨੂੰ ਮੰਨੇਗਾ, ਉਹਨਾਂ ਦੇ ਡਿਸਿਪਲਿਨ ਨੂੰ ਮੰਨੇਗਾ, ਜਿਹੜਾ ਪੂਰਾ ਸਿਰ ਤੋਂ ਪੈਰ ਤੱਕ ਕਹਿ ਦੇਵੇ ਕਿ ਮੈਂ ਹੁਣ ਕਿਉਂਕਿ ਫੌਜੀ ਬਣ ਗਿਆ, ਕੰਟੋਨਮੈਂਟ ਦਾ ਰਹਿਣ ਵਾਲਾ ਹਾਂ, ਅਤੇ ਮੈਂ ਆਪਣੀ ਮਰਜ਼ੀ ਨਾਲ ਨਹੀਂ, ਜਿੱਦਾਂ ਉਹ ਕਹਿਣਗੇ ਮੈਂ ਉਸੇ ਤਰ੍ਹਾਂ ਜੀਵਨ ਬਤੀਤ ਕਰਨਾ। ਅਤੇ ਜਿਹੜੀਆਂ ਦੋਨੋਂ ਮਸਜਿਦਾਂ ਹੈ ਸਾਡੀਆਂ ਮੱਕੇ ਦੀਆਂ ਔਰ ਮਦੀਨੇ ਦੀਆਂ, ਇਹ ਸਾਡੀਆਂ ਮਸਜਿਦਾਂ ਨਹੀਂ ਹੈ, ਕੰਟੋਨਮੈਂਟ ਏਰੀਆ ਹੈ। ਔਰ ਉਹਨੂੰ ਇਸ ਲਈ ਕੀਤਾ ਗਿਆ ਤਾਂ ਕਿ ਇਬਾਦਤ ਦੇ ਦੌਰਾਨ ਜਿਹੜੀਆਂ ਪਾਬੰਦੀਆਂ ਔਰ ਜਿਹੜੇ ਹੁਕਮ ਨਾਫਿਜ਼ ਕੀਤੇ ਗਏ ਉਹ ਤਾਂ ਸਿਰਫ ਉਹਨੂੰ ਹੀ ਪਤਾ ਹੋਏਗਾ ਜਿਹੜਾ ਇੱਕ ਸੱਚਾ ਪੱਕਾ ਮੁਸਲਮਾਨ ਹੈ। ਔਰ ਅਗਰ ਉਹਨੂੰ ਇਹ ਪਤਾ ਹੀ ਨਹੀਂ ਹੋਏਗਾ ਤਾਂ ਉੱਥੇ ਇਬਾਦਤ ਦੇ ਦੌਰਾਨ ਉਹ ਕੀ ਕਰੇਗਾ?
ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਕਿਉਂਕਿ ਉਹਨਾਂ ਮਸਜਿਦਾਂ ਦੇ ਵਿੱਚ ਹੁਕਮ ਦੇ ਦਿੱਤਾ ਗਿਆ, ਕਿਉਂਕਿ ਮੱਕੇ ਦੇ ਵਿੱਚ ਲਗਾਤਾਰ ਤਕਰੀਬਨ 20 ਸਾਲ 14 ਸਾਲ ਪਹਿਲੇ ਔਰ ਉਹਦੇ ਬਾਅਦ 10 ਸਾਲ ਹੋਰ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ, ਉਹਨਾਂ ਦੇ ਮੰਨਣ ਵਾਲਿਆਂ ਦੇ ਉੱਤੇ ਤਸ਼ੱਦਦ ਕੀਤੇ ਗਏ, ਉਹਨਾਂ ਨੂੰ ਪੱਥਰਾਂ ਦੇ ਨਾਲ ਬੰਨ੍ਹਿਆ ਗਿਆ, ਉਹਨਾਂ ਨੂੰ ਊਂਠਾਂ ਦੇ ਦੋਨੋਂ ਪੈਰਾਂ ਨਾਲ ਬੰਨ੍ਹ ਕੇ ਜਿਸਮ ਉਹਨਾਂ ਦੇ ਫਾੜੇ ਗਏ, ਖੱਲਾਂ ਉਧੇੜੀਆਂ ਗਈਆਂ। ਅਗਰ ਤੁਸੀਂ ਇਸਲਾਮ ਦਾ ਇਤਿਹਾਸ ਪੜ੍ਹੋਗੇ ਤੇ ਜਦੋਂ ਹਜ਼ਰਤ ਮੁਹੰਮਦ ਸਾਹਿਬ ਵਾਪਸ ਮਦੀਨੇ ਤੋਂ ਮੱਕੇ ਆਏ ਤੇ ਅੱਲਾਹ ਤਾਲਾ ਨੇ ਹੁਕਮ ਦੇ ਦਿੱਤਾ ਕਿ ਅੱਜ ਤੋਂ ਬਾਅਦ ਇੱਥੇ ਉਹੀ ਲੋਕ ਆਉਣਗੇ ਜਿਹੜੇ 100% ਤੁਹਾਡਾ ਕਹਿਣਾ ਮੰਨਣ ਵਾਲੇ ਹੋਣਗੇ, ਤੁਹਾਡੇ ਤਰੀਕੇ ਦੇ ਉੱਤੇ ਚੱਲਣ ਵਾਲੇ ਹੋਣਗੇ, ਤਾਂ ਕਿ ਇਸ ਇਬਾਦਤਗਾਹ ਦੇ ਦਰਮਿਆਨ ਇਬਾਦਤ ਦੇ ਵਿੱਚ ਕੋਈ ਖਲਲ ਕਿਸੇ ਤਰ੍ਹਾਂ ਦਾ ਪੈਦਾ ਨਾ ਹੋਵੇ। ਤੇ ਵਰਨਾ ਦੁਨੀਆ ਦੀ ਸਾਰੀ ਮਸਜਿਦਾਂ 'ਚ ਜਾਣ ਦੀ ਇਜਾਜ਼ਤ ਹੈ, ਉਹ ਕੰਟੋਨਮੈਂਟ ਹੋਣ ਦੀ ਵਜ੍ਹਾ ਨਾਲ ਉੱਥੇ ਕਿਸੇ ਹੋਰ ਧਰਮ ਦੇ ਲੋਕਾਂ ਨੂੰ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਗਈ। ਮਤਲਬ ਇੱਕ ਇਹ ਵੀ ਗੱਲ ਸੁਣਨ ਨੂੰ ਮਿਲਦੀ ਵੀ ਮੱਕਾ ਮਦੀਨਾ ਨੂੰ ਜੋ ਕੋਈ ਜਾਂਦਾ ਹੈ ਤਾਂ ਉੱਥੇ ਪਹੁੰਚਣ ਦੇ ਲਈ ਕਿਹਾ ਜਾਂਦਾ ਵੀ ਜੇ ਤੁਹਾਡੀ ਹੱਕ ਦੀ ਕਮਾਈ ਹੈ ਤਾਂ ਹੀ ਤੁਹਾਡਾ ਜਾਣਾ ਮੰਨਿਆ ਜਾਂਦਾ ਹੈ, ਵੀ ਕਿਸੇ ਕੋਲੋਂ ਚੰਦਾ ਲੈ ਕੇ ਜਾਂ ਕਿਸੇ ਤਰੀਕੇ ਦੇ ਨਾਲ ਤੁਸੀਂ ਨਹੀਂ ਉੱਥੇ ਪਹੁੰਚ ਸਕਦੇ। ਕਿ ਗੱਲ ਸੱਚ ਹੈ? ਬਿਲਕੁਲ, ਇਸਲਾਮ ਨੇ ਕਿਹਾ ਕਿ ਜਿਹੜਾ ਹੱਜ ਦਾ ਸਫ਼ਰ ਹੈ, ਮੱਕੇ ਔਰ ਮਦੀਨੇ ਦਾ ਸਫ਼ਰ ਹੈ, ਉਹ ਤੁਸੀਂ ਆਪਣੀ ਹਲਾਲ ਕਮਾਈ ਦੇ ਨਾਲ ਕਰੋ। ਕਿਸੇ ਦੀ ਹਰਾਮ ਕਮਾਈ ਦੇ ਨਾਲ ਤੁਸੀਂ ਹੱਜ ਨਹੀਂ ਕਰ ਸਕਦੇ। ਔਰ ਇਹ ਵੀ ਨਹੀਂ ਹੋ ਸਕਦਾ ਕਿ ਤੁਸੀਂ ਬਹੁਤ ਸਾਰੇ ਲੋਕਾਂ ਦੇ ਪੈਸੇ ਮਾਰੇ ਹੋਣ ਔਰ ਤੁਸੀਂ ਹੱਜ ਦੇ ਲਈ ਚਲੇ ਜਾਓ। ਅਕਸਰ ਸਾਡੇ ਲੋਕ ਜਾਂਦੇ ਹੀ ਨਹੀਂ, ਲੋਕ ਜਾਂਦੇ ਹੀ ਨਹੀਂ। ਬੜੇ ਬੜੇ ਲੋਕ ਜਿੱਦਾਂ ਦਲੀਪ ਕੁਮਾਰ ਜੀ ਗੁਜ਼ਰੇ ਨੇ, ਮੁਹੰਮਦ ਯੂਸਫ ਜਿਹਨਾਂ ਦਾ ਨਾਂ ਸੀਗਾ, ਬਹੁਤ ਬੜੇ ਆਦਮੀ ਸੀ, ਤੇ ਉਹ ਕਦੀ ਹੱਜ ਕਰਨ ਨਹੀਂ ਗਏ। ਕਿਉਂਕਿ ਇਸਲਾਮ ਨੇ ਕਿਹਾ ਸੀ ਵੀ ਫਿਲਮੀ ਤੋਂ ਜਿਹੜਾ ਪੈਸਾ ਆ ਰਿਹਾ ਉਹ ਦਰੁਸਤ ਨਹੀਂ ਹੈ। ਤੇ ਉਹਨਾਂ ਨੇ ਬੰਬੇ ਦੀ ਇੱਕ ਮਸਜਿਦ ਦੇ ਵਿੱਚ ਨੌਕਰੀ ਕੀਤੀ ਕਈ ਸਾਲ, ਉਹਦੇ ਤੋਂ ਜਿਹੜੀ ਤਨਖਾਹ ਆਈ, ਫਿਰ ਜਦੋਂ ਪੈਸੇ ਇਕੱਠੇ ਹੋ ਗਏ ਤੇ ਉਹਨਾਂ ਪੈਸਿਆਂ ਦੇ ਨਾਲ ਹੱਜ ਕਰਨ ਦੇ ਲਈ ਉਹ ਗਏ। ਦੁਨੀਆ 'ਚ ਬੜੇ ਬੜੇ ਰਈਸ ਮੁਸਲਮਾਨ ਹੈ, ਅਗਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਕਮਾਈ ਦੇ ਜ਼ਰਾਏ ਅੱਛੇ ਨਹੀਂ ਹੈ ਤੇ ਉਹ ਬਿਲਕੁਲ ਹੱਜ ਕਰਨ ਨਹੀਂ ਜਾਂਦੇ। ਔਰ ਹੱਜ ਉਦੋਂ ਹੀ ਹੋ ਸਕਦਾ ਹੈ ਜਦੋਂ ਤੁਸੀਂ ਬਿਲਕੁਲ ਆਪਣੀ ਹਲਾਲ ਕਮਾਈ ਨਾਲ, ਕਿਉਂਕਿ ਕਾਬੇ ਦਾ ਜਦੋਂ ਅਸੀਂ ਚੱਕਰ ਲਗਾਉਂਦੇ ਹਾਂ ਤੇ ਸਾਡੀ ਰਿਵਾਇਤਾਂ 'ਚ ਮੌਜੂਦ ਹੈ ਕਿ ਤੁਸੀਂ ਖੁਦਾ ਨੂੰ ਖੁਸ਼ ਕਰਨ ਦੇ ਲਈ ਉੱਥੇ ਚੱਕਰ ਲਾਉਂਦੇ ਹੋ, ਕਾਬੇ ਦੇ ਚਾਰੋਂ ਪਾਸੇ ਨੂੰ ਤਵਾਫ ਕਹਿੰਦੇ ਆ। ਲੇਕਿਨ ਅਗਰ ਇੱਥੇ ਕਿਸੇ ਨੂੰ ਚੱਕਰ ਦੇ ਕੇ ਗਏ ਹੋਵੇ ਤਾਂ ਉੱਥੇ ਚੱਕਰ ਲਾਉਣ ਦਾ ਕੋਈ ਫਾਇਦਾ ਨਹੀਂ ਹੈ। ਇਸ ਲਈ ਜਦੋਂ ਵੀ ਕੋਈ ਹੱਜ ਜਾਂਦਾ ਹੈ ਹੱਜ ਦੇ ਲਈ, ਉਹ ਸਭ ਤੋਂ ਪਹਿਲਾਂ ਦੇਣਦਾਰੀਆਂ ਮੁਕੰਮਲ ਕਰਦਾ ਹੈ। ਜਿਨ੍ਹਾਂ ਦੇ ਕੋਈ ਪੈਸੇ ਦੇਣੇ, ਕੋਈ ਕਰਜ਼ਾ ਦੇਣਾ, ਕੋਈ ਨਾਰਾਜ਼ਗੀ ਦੂਰ ਕਰਨੀ, ਕਿਸ ਤੋਂ ਮਾफ़ੀ ਮੰਗਣੀ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਮਾਮੂਲੀ ਸਫ਼ਰ ਨਹੀਂ ਹੈ। ਹੱਜ ਦੇ ਸਫ਼ਰ ਤੋਂ ਬਾਅਦ ਇਨਸਾਨ ਦਾ ਨਾਮ ਬਦਲ ਜਾਂਦਾ, ਇੱਕ ਤਾਂ ਹਾਜੀ ਗੁਆਉਣ ਲੱਗ ਪੈਂਦਾ ਤੇ ਉਹਦੇ ਵਿੱਚ ਇਨਕਲਾਬੀ ਤਬਦੀਲੀ, ਕਿਉਂਕਿ ਮੱਕਾ ਇੱਕ ਐਸੀ ਜਗ੍ਹਾ ਹੈ ਜਦ ਤੁਸੀਂ ਉਹਨੂੰ ਦੇਖੋਗੇ ਤੇ ਉਹਨੂੰ ਦੇਖਣ ਤੋਂ ਬਾਅਦ ਇਨਸਾਨ ਪੱਥਰ ਤੋਂ ਪੱਥਰ ਦਿਲ ਇਨਸਾਨ ਜਿਹੜਾ ਹੈ ਉਹ ਰੋਂਦਾ ਹੋਇਆ ਜਾਂਦਾ ਔਰ ਉਹਨੂੰ ਇਸ ਗੱਲ ਦੇ ਉੱਤੇ ਵਾਅਦਾ ਕਰਕੇ ਆਉਂਦਾ ਕਿ ਅੱਜ ਤੋਂ ਬਾਅਦ ਮੈਂ ਕੋਈ ਗੰਦਾ ਕੰਮ ਜਿਹੜਾ ਹੈ ਉਹ ਜ਼ਿੰਦਗੀ ਦੇ ਵਿੱਚ ਨਹੀਂ ਕਰਾਂਗਾ। ਤੇ ਇਸ ਲਈ ਹੱਜ ਦੇ ਸਫ਼ਰ ਦੇ ਲਈ ਜਿਹੜੀ ਹੈ ਪਾਕ ਕਮਾਈ ਦਾ ਹੋਣਾ ਨਿਹਾਇਤ ਜ਼ਰੂਰੀ ਹੈ। ਮੱਕਾ ਮਦੀਨਾ ਦੇ ਵਿੱਚ ਜਦੋਂ ਪਹੁੰਚਦੇ ਨੇ ਮੁਸਲਿਮ ਭਾਈਚਾਰਾ ਤਾਂ ਪ੍ਰੋਗਰਾਮਾਂ ਇੱਕ ਤਰ੍ਹਾਂ ਦੀ ਕਰੀ ਜਾਂਦੀ ਹੈ ਤੇ ਇੱਕ ਸਪੌਟ ਆਉਂਦਾ ਜਿੱਥੇ ਸਪਰਸ਼ ਕਰਿਆ ਜਾਂਦਾ ਹੈ ਜਾਂ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਚੀਜ਼ ਕੀ ਹੈ? ਖਾਨਾ ਕਾਬਾ, ਜਿਹਨੂੰ ਅਸੀਂ ਮੱਕੇ ਦੇ ਵਿੱਚ ਤੁਸੀਂ ਦੇਖਿਆ ਹੋਣਾ, ਕਾਲੇ ਰੰਗ ਦਾ ਇੱਕ ਇਮਾਰਤ ਵਿੱਚ ਬਣੀ ਹੋਈ ਹੈ, ਉਹਨੂੰ ਕਾਬਾ ਕਹਿੰਦੇ ਜੀ। ਉਹਦੇ ਕਾਬੇ ਸ਼ਰੀਫ ਦੀ ਜਿਹੜੀ ਤਾਮੀਰ ਸਭ ਤੋਂ ਪਹਿਲਾਂ ਹਜ਼ਰਤ ਆਦਮ ਨੇ ਕੀਤੀ, ਜਿਹੜੇ ਅੱਲਾਹ ਤਾਲਾ ਦੇ ਨਬੀ ਸੀ, ਜਿੱਥੋਂ ਦੁਨੀਆ ਦਾ ਇਸਲਾਮ ਦੇ ਮੁਤਾਬਿਕ ਸੰਸਾਰ ਸ਼ੁਰੂ ਹੁੰਦਾ। ਤੇ ਉਦੋਂ ਕੁਛ ਪੱਥਰ ਜਿਹੜੇ ਆ ਜੰਨਤ ਤੋਂ ਲਿਆਏ ਗਏ, ਉਹ ਉੱਥੇ ਸਥਾਪਿਤ ਕੀਤੇ ਗਏ ਤੇ ਸਮੇਂ ਸਿਰ, ਕਿਉਂਕਿ ਉਹ ਕਈ ਕਰੋੜ ਹਜ਼ਾਰ ਸਾਲਾਂ ਤੋਂ ਬਣਿਆ ਹੋਇਆ ਹੈ। ਉਹਦੇ 'ਚ ਮੈਂ ਸਰੋਤਿਆਂ ਨੂੰ ਦੱਸਦਾ ਚੱਲਾਂ ਕਿ ਆਮ ਲੋਕ ਇਹ ਸਮਝਦੇ ਵੀ ਇਸਲਾਮ 1400 ਸਾਲ ਪੁਰਾਣਾ ਮਜ਼ਹਬ ਹੈ, ਲੇਕਿਨ ਸਾਡਾ ਕੁਰਾਨ ਜਿਹੜਾ ਉਹ ਕਹਿੰਦਾ ਕਿ ਇਸਲਾਮ ਆਦਮ ਅਲੈਹਿਸਲਾਮ ਤੋਂ ਸ਼ੁਰੂ ਹੋਇਆ। ਇਹਦਾ ਸਭ ਤੋਂ ਲੇਟੈਸਟ ਵਰਜ਼ਨ ਜਿਹੜਾ ਉਹ ਹਜ਼ਰਤ ਮੁਹੰਮਦ ਸਾਹਿਬ ਦੇ ਆਉਣ 'ਤੇ ਮੁਕੰਮਲ ਹੋਇਆ, ਕੰਪਲੀਟ ਹੋਇਆ। ਤੇ ਉਹ ਕਈ ਹਜ਼ਾਰ ਸਾਲ ਪੁਰਾਣੀ ਜਗ੍ਹਾ ਹੈ ਜਿਹੜੀ ਮੱਕੇ ਦੀ ਹੈ। ਉੱਥੇ ਹੱਜ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਦੇ ਆਉਣ ਤੋਂ ਨਹੀਂ, ਉਹਨਾਂ ਦੇ ਆਉਣ ਤੋਂ ਵੀ ਕਈ ਹਜ਼ਾਰ ਸਾਲ ਪਹਿਲਾਂ ਤੋਂ ਹੱਜ ਜਿਹੜਾ ਹੈ ਉਹ ਹੋ ਰਿਹਾ ਹੈ। ਤੇ ਉਹ ਜਿਹੜੇ ਪੱਥਰ ਹੈ ਜਿਹੜੇ ਕਿ ਜੰਨਤ ਤੋਂ ਅੱਲਾਹ ਤਾਲਾ ਨੇ ਅਤਾ ਕੀਤੇ ਗਏ, ਉਹਦਾ ਇੱਕ ਟੁਕੜਾ ਜਿਹੜਾ ਹੈ ਹਜੇ ਤੱਕ ਮਹਿਫੂਜ਼ ਹੈ। ਉਹਨੂੰ ਉਸ ਇਮਾਰਤ ਦੇ ਵਿੱਚ ਇੱਕ ਜਗ੍ਹਾ ਲਗਾ ਦਿੱਤਾ ਗਿਆ ਤਾਂ ਕਿ ਉਹਨੂੰ ਇੱਜ਼ਤ ਦੇ ਤੌਰ 'ਤੇ ਤੁਸੀਂ ਉਹਨੂੰ ਚੁੰਮ ਸਕੋ। ਤੇ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਉਂਕਿ ਉਹਨੂੰ ਬੋਸਾ ਦਿੱਤਾ ਤੇ ਸਾਡੇ ਨਬੀ ਨੇ ਅਗਰ ਕਿਸੇ ਚੀਜ਼ ਦੀ ਰਿਸਪੈਕਟ ਕੀਤੀ, ਉਹਨੂੰ ਚੁੰਮਿਆ, ਤੇ ਅਸੀਂ ਉਹਨੂੰ ਚੁੰਮਣਾ ਆਪਣੇ ਲਈ ਇੱਜ਼ਤ ਦੀ ਗੱਲ ਸਮਝਦੇ ਹਾਂ। ਤੇ ਤਾਂ ਕਰਕੇ ਜਦੋਂ ਪਰਿਕਰਮਾ ਕਰੀਦੀ ਹੈ ਤੇ ਉਹਦਾ ਬੋਸਾ ਲਈਦਾ ਹੈ। ਔਰ ਅਗਰ ਤੁਹਾਨੂੰ ਉਹਦੇ ਤੱਕ ਪਹੁੰਚਣ ਦੀ, ਕਿਉਂਕਿ ਭੀੜ ਲੱਖਾਂ ਦੀ ਹੁੰਦੀ ਹੈ ਜੀ, ਅਗਰ ਤੁਸੀਂ ਨਹੀਂ ਪਹੁੰਚ ਸਕਦੇ ਤੇ ਦੂਰੋਂ ਹੀ ਹੱਥ ਦੇ ਇਸ਼ਾਰੇ ਦੇ ਨਾਲ ਇਹ ਸਮਝ ਸਕਦੇ ਹੋ ਕਿ ਅਸੀਂ ਇਹਨੂੰ ਚੁੰਮ ਲਿਆ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਪਰਿਕਰਮਾ ਜਿਹੜੀ ਉਹ ਪੂਰੀ ਕਰ ਸਕਦੇ। ਇੱਕ ਹੋਰਾਂ ਦੀ ਗੱਲ ਆਖੀ ਜਾਂਦੀ ਹੈ ਕਿ ਹੋਰਾਂ ਮਿਲਣਗੀਆਂ
ਜਦੋਂ ਸਵਰਗ ਦੇ ਵਿੱਚ ਹੋਵਾਂਗੇ ਤਾਂ ਉਹਦਾ ਸੱਚ ਕੀ ਹੈ ਤੇ ਕੀ? ਦੇਖੋ ਐਸਾ ਹੈ ਕਿ ਅੱਲਾਹ ਤਾਲਾ ਨੇ ਵਾਅਦਾ ਕੀਤਾ ਹੈ ਇਨਸਾਨਾਂ ਦੇ ਨਾਲ ਕਿ ਅਗਰ ਤੁਹਾਡੇ ਕਰਮ ਚੰਗੇ ਹੋਣਗੇ, ਦੁਨੀਆ ਦੇ ਸਾਰੇ ਮਜ਼ਾਹਿਬ ਚੋਂ ਸਿਰਫ ਇਸਲਾਮ ਨੇ ਇਹ ਆਈਡੀਓਲੋਜੀ ਸਾਹਮਣੇ ਰੱਖੀ ਇਨਸਾਨਾਂ ਦੇ ਕਿ ਸਾਰਾ ਕੁਝ ਇਸੀ ਜ਼ਿੰਦਗੀ 'ਚ ਨਹੀਂ ਹੈ, ਮਰਨ ਤੋਂ ਬਾਅਦ ਵੀ ਹਿਸਾਬ ਕਿਤਾਬ ਬਾਕੀ ਹੋਣਾ ਹੈ। ਕਿਉਂਕਿ ਪਹਿਲਾਂ ਲੋਕਾਂ 'ਚ ਖੌਫ ਨਹੀਂ ਸੀਗਾ, ਉਹ ਕਹਿੰਦੇ ਸੀ ਬਸ ਜੋ ਕੁਛ ਹੈ ਇੱਥੇ ਹੀ ਹੈ। ਤੇ ਇਹ ਦੱਸਿਆ ਕਿ ਵੀ ਜੰਨਤ ਔਰ ਜਹੰਨਮ ਦੇ ਨਾਂ ਤੋਂ ਇੱਕ ਨਿਜ਼ਾਮ ਕਾਇਮ ਹੈ ਕਿ ਅਗਰ ਤੁਸੀਂ ਲੋਕਾਂ ਨਾਲ ਬੁਰਾ ਕਰੋਗੇ, ਹੱਕ ਮਾਰੋਗੇ, ਬਦਤਮੀਜ਼ੀਆਂ ਕਰੋਗੇ, ਕਿਸੇ ਦਾ ਦਿਲ ਤੋੜੋਗੇ, ਨਾਜਾਇਜ਼ ਕਮਾਈ ਖਾਓਗੇ, ਕਿਸੇ ਨੂੰ ਨਾਜਾਇਜ਼ ਕਤਲ ਕਰੋਗੇ, ਤੇ ਮਰਨ ਤੋਂ ਬਾਅਦ ਵੀ ਤੁਹਾਨੂੰ ਉਹਦਾ ਅਜ਼ਾਬ ਜਿਹੜਾ ਹੈ ਭੁਗਤਣਾ ਹੋਏਗਾ। ਇਸੇ ਤਰ੍ਹਾਂ ਅਗਰ ਤੁਸੀਂ ਚੰਗੇ ਕੰਮ ਕਰੋਗੇ ਤਾਂ ਫਿਰ ਜੰਨਤ 'ਚ ਜਾਓਗੇ। ਅਤੇ ਜੰਨਤ 'ਚ ਖਿਦਮਤ ਕਰਨ ਲਈ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੀ ਹੂਰਾਂ ਹੋ ਸਕਦੀਆਂ ਜਾਂ ਜਿਹੜੀਆਂ ਔਰਤਾਂ ਚਲੀਆਂ ਗਈਆਂ, ਉਹਨਾਂ ਦੇ ਨਿਕਾਹ ਜਿਹੜੇ ਹੈ ਉਹ ਅੱਛੇ ਜੰਨਤੀਆਂ ਦੇ ਨਾਲ ਜਿਹੜੇ ਉਹ ਕੀਤੇ ਜਾਣਗੇ। ਇੱਕ ਪ੍ਰੋਟੈਸਟ ਹੋਇਆ ਸੀਗਾ ਪੂਰੇ ਦੇਸ਼ ਭਰ ਦੇ ਵਿੱਚ ਕੀਤਾ ਗਿਆ ਸੀ ਮੁਸਲਿਮ ਭਾਈਚਾਰੇ ਦੇ ਵੱਲੋਂ, ਤੇ ਬੁਰਕੇ ਨੂੰ ਲੈ ਕੇ ਵੀ ਬਹੁਤ ਸਵਾਲ ਜਿਹੜੇ ਖੜੇ ਹੋਏ ਸੀਗੇ। ਤੁਸੀਂ ਵੀ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ ਲੁਧਿਆਣੇ ਦੇ ਵਿੱਚ। ਕੀ ਲੱਗਦਾ ਕਿ ਬੁਰਕੇ ਨੂੰ ਲੈ ਕੇ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਗੱਲਾਂ ਵੀ ਬੁਰਕਾ ਨਹੀਂ ਹੋਣਾ ਚਾਹੀਦਾ, ਇੰਡੀਪੈਂਡੈਂਟ ਹੋਣਾ ਚਾਹੀਦਾ, ਮੁਸਲਿਮ ਜਿਹੜੀਆਂ ਵੂਮਨ ਹੈਗੀਆਂ ਨੇ, ਔਰਤਾਂ ਹੈਗੀਆਂ ਨੇ, ਕਿ ਇਸ ਚੀਜ਼ ਨੂੰ ਤੁਸੀਂ ਮੰਨਦੇ ਹੋ? ਦੇਖੋ, ਹਜ਼ਰਤ ਮੁਹੰਮਦ ਸਾਹਿਬ ਦੇ ਆਉਣ ਤੋਂ ਪਹਿਲਾਂ ਔਰਤਾਂ ਦੀ ਕੋਈ ਅਹਿਮੀਅਤ ਨਹੀਂ ਸੀ। ਬੱਚਿਆਂ ਨੂੰ ਜ਼ਿੰਦਾ ਦਫਨ ਕਰ ਦਿੱਤਾ ਜਾਂਦਾ ਸੀ। ਔਰਤਾਂ ਨੂੰ ਬਾਂਦੀ ਦੇ ਤੌਰ 'ਤੇ ਸਮਝਿਆ ਜਾਂਦਾ ਸੀ ਪੂਰੀ ਦੁਨੀਆ ਦੇ ਵਿੱਚ ਹੀ। ਉਹਨਾਂ ਨੇ ਆ ਕੇ ਕਿਹਾ ਕਿ ਵੀ ਬੇਟੀ ਖੁਦਾ ਦੀ ਰਹਿਮਤ ਹੈ ਔਰ ਬੜੀ ਰਿਸਪੈਕਟਫੁਲ ਹੈ, ਔਰ ਫਿਰ ਹੁਕਮ ਦਿੱਤਾ ਪਿਆ ਵੀ ਇਹ ਪਰਦੇ ਦੇ ਵਿੱਚ ਵੀ ਰਹੇ, ਕਿਉਂਕਿ ਇਨਸਾਨਾਂ 'ਚ ਬੜੀ ਪਵਿੱਤਰ ਹੈ। ਮਰਦ ਨਾਲੋਂ ਵੀ ਜ਼ਿਆਦਾ ਔਰਤ ਦਾ ਮੁਕਾਮ ਜਿਹੜਾ ਹੈ ਉਹ ਖੁਦਾ ਦੀ ਨਜ਼ਦੀਕ ਬਹੁਤ ਪਵਿੱਤਰ ਹੈ, ਬਹੁਤ ਹੀ ਆਲਾ ਹੈ। ਕਿਉਂਕਿ ਉਹਦੇ ਤੋਂ ਨਸਲ ਚੱਲਦੀ ਹੈ। ਉਹ ਇੱਕ ਸਮਾਜ ਦੀ ਮਾਂ ਹੈ, ਇੱਕ ਅੱਛੀ ਤਰਬੀਅਤ ਕਰਨ ਵਾਲੀ ਭੈਣ ਹੈ, ਇੱਕ ਬਿਹਤਰੀਨ ਬੀਵੀ ਹੈ, ਕੀ ਸਮਝੋ। ਅਤੇ ਇਸ ਲਈ ਔਰਤ ਨੂੰ ਬੜੀ ਇਸਲਾਮ ਨੇ ਰਿਸਪੈਕਟ ਦਿੱਤੀ। ਇਹ ਕਿਤੇ ਨਹੀਂ ਕਿਹਾ ਕਿ ਤਾਲੀਮ ਨਾ ਦਿਲਵਾਓ, ਤਾਲੀਮ ਦਿਲਵਾਓ ਅੱਛੀ ਤੋਂ ਅੱਛੀ ਹੋਵੇ। ਕਿਤੇ ਨਹੀਂ ਕਿਹਾ ਕਿ ਉਹ ਅਫਸਰ ਨਹੀਂ ਲੱਗ ਸਕਦਾ।